ਦੇ ਮੁਲਾਜ਼ਮਾਂ ਦੇ ਨਾਲ ਜੁੜੀ ਹੋਈ ਹੜਤਾਲ ਦੇ ਉੱਤੇ ਵੱਡੀ ਖਬਰ ਹੈ ਕਿ जो इल्जाम लगाए जा रहे थे उस तो बिल्कुल वखरे साडे सोर्सेज इस समय जानकारी दे रहे ने। कंडक्टर नूं नौकरी तो कड्ढे जाण दी गल झूठ है, ये साफ किया गया विभाग दे वल्लों। कंडक्टर नूं विभाग दे वल्लों ऑफ रूट किया गया है, नौकरी तो कड्ढिया गया। ये इल्जाम लगाए गए सी मोगा दे विच जाके प्रदर्शन करना शुरू कर दिता। ਜਿਹੜੇ कंडक्टर या फिर उन्हां दे साथी ने बस दे उत्ते जा चढ़े पेट्रोल दी बोतल लैके ते इस विचाले ਇਹ ਕਿਹਾ ਗਿਆ ਕਿ ਜਦੋਂ ਤੱਕ ਬਹਾਲ ਨਹੀਂ ਕੀਤਾ ਜਾਂਦਾ ਉਸ ਵੇਲੇ ਤੱਕ ਉਹ ਧਰਨਾ ਪ੍ਰਦਰਸ਼ਨ ਜਾਰੀ ਰੱਖਣਗੇ। ਹਾਲਾਂਕਿ ਇਹ ਵਿਭਾਗ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਕਿ ਕਿਸੇ ਨੂੰ ਕੱਢਿਆ ਨਹੀਂ ਗਿਆ ਬਲਕਿ ਆਫ ਰੂਟ ਕੀਤਾ ਗਿਆ ਹੈ। ਕੰਡਕਟਰ ਨੂੰ ਜਾਂਚ ਦੇ ਵਿੱਚ ਹੀ ਸ਼ਾਮਲ ਕੀਤਾ ਗਿਆ ਹੈ। ਕੰਡਕਟਰ ਦੇ ਉੱਤੇ ਟਿਕਟ ਦੇ ਹਿਸਾਬ ਦੇ ਵਿੱਚ ਗੜਬੜੀ ਦੇ ਇਲਜ਼ਾਮ ਨੇ ਤੇ ਇਸ ਕਰਕੇ ਆਫ ਰੂਟ ਕਰ ਦਿੱਤਾ ਗਿਆ। 6 ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰੋਡਵੇਜ਼ ਦੇ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਹੈ। ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਮੋਗਾ, ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਵਿੱਚ ਹੈ ਗਿਆ ਵੀ ਜਿਹੜੀ ਉਸ ਬੰਦੇ ਦੀ ਇਨਕੁਆਇਰੀ ਲਾ ਦਿੱਤੀ ਗਈ ਹੈ ਉਹ ਆਪਣੀ ਇਨਕੁਆਇਰੀ 'ਚ ਹਾਜ਼ਰ ਹੋਵੇ ਤੇ ਸੱਚ ਦਾ ਸਾਹਮਣੇ ਆ ਜਾਊਗਾ। ਤੱਥ ਜਿਹੜੇ ਵੀ ਹੈਗੇ ਸਾਹਮਣੇ ਆ ਜਾਣਗੇ ਵੀ ਕੀ ਹੈਗੇ ਜੀ। ਸਾਨੂੰ ਪਤਾ ਲੱਗ ਜਾਏ ਵੀ ਪੈਸੇਂਜਰ ਉਹੀ ਹੈ ਆ ਕੇ ਸਟੇਟਮੈਂਟ ਦੇ ਦੇਵੇ, ਕਿਉਂਕਿ ਆ ਮੀਡੀਆ ਟ੍ਰਾਇਲ ਤਾਂ ਕਰ ਨਹੀਂ ਸਕਦੇ ਅਸੀਂ। ਜੋ ਫੈਕਟਸ ਆਉਣਗੇ ਜੀ ਸਾਹਮਣੇ ਤਾਂ ਹੀ ਪਤਾ ਲੱਗਣਗੇ ਵੀ ਕੀ ਹੈ ਕੀ ਨਹੀਂ ਹੈ। ਤਾਂ ਹੀ ਉਹਦੀ ਇਨਕੁਆਇਰੀ ਵੀ ਨੇੜੇ ਲਾ ਦਿੱਤੀ ਗਈ ਹੈ ਵੀ ਉਹ ਇਮੀਡੀਏਟਲੀ ਇਨਕੁਆਇਰੀ ਕਰ ਦਿੱਤੀ ਜਾਊਗੀ। ਕੰਡਕਟਰ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ? ਕੰਡਕਟਰ ਤੇ ਨੌਕਰੀ ਤੋਂ ਕੱਢਿਆ ਗਿਆ? ਨਹੀਂ ਜੀ, ਨਹੀਂ, ਕੋਈ ਕੱਢਿਆ ਨਹੀਂ ਗਿਆ। ਉਹ ਤੇ ਸਿਰਫ ਇੰਨੀ ਕਾਰਵਾਈ ਕੀਤੀ ਗਈ ਹੈ ਵੀ ਉਹਨੂੰ ਕਿਹਾ ਗਿਆ ਵੀ ਤੂੰ ਆਪਣੀ ਇਨਕੁਆਇਰੀ 'ਚ ਜਾ ਕੇ ਹਾਜ਼ਰ ਹੋ। ਮਾਨਯੋਗ ਡਿਪਟੀ ਡਾਇਰੈਕਟਰ ਸਾਹਿਬ ਕਹਿ ਰਹੇ ਆ ਵੀ ਜਾਂਚ ਕੀਤੀ ਜਾ ਰਹੀ, ਜਾਂਚ ਉਸ ਚੀਜ਼ ਦੀ ਕੀਤੀ ਜਾਂਦੀ ਹੈ ਜਿਹਦਾ ਆਪਾਂ ਨੂੰ ਸਪਸ਼ਟ ਪਤਾ ਨਾ ਲੱਗਦਾ ਹੋਵੇ। ਇਹ ਤਾਂ ਸਾਫ਼ ਚਿੱਟੀ ਚਾਦਰ ਕਲੀਅਰ ਆ ਵੀ ਸਵਾਰੀ ਦੀ ਗਲਤੀ, ਸਵਾਰੀ ਨੇ ਜੁਰਮਾਨਾ ਭਰਤਾ, ਗਵਾਹਾਂ ਨੇ ਗਵਾਹੀਆਂ ਦੇਤੀਆਂ, ਉਹਨਾਂ ਨੇ ਵੀਡੀਓ ਫੇਸਬੁੱਕ ਤੇ ਪਾਤੀ। ਬਿਲਕੁਲ ਜੀ, ਕੱਢ ਕੇ ਤਾਂ ਉਹਨੂੰ ਤਾਂ ਟੈਂਕੀ ਤੇ ਬਿਠਾਇਆ, ਟੈਂਕੀ ਤੇ ਬੈਠਣ ਲਈ ਮਜਬੂਰ ਕੀਤਾ ਗਿਆ, ਉਹਨੂੰ ਕੱਢਿਆ ਗਿਆ। ਉਹਦੇ ਰਿਪੋਰਟ ਦੇ ਵਿੱਚ ਲਿਖਿਆ, ਡਿਪਟੀ ਡਾਇਰੈਕਟਰ ਸਾਹਿਬ ਮੰਨ ਰਹੇ ਨੇ, ਉਹਦੇ ਵਿੱਚ ਲਿਖਿਆ ਵੀ ਇਰਾਦਾ ਗਮਨ, ਤੇ ਇਰਾਦਾ ਗਮਨ ਦਾ ਹੋ ਗਿਆ। ਫਿਰ ਇਹਦੀ ਜਾਂਚ ਕਿਹੜੀ, ਇਹਨੂੰ ਤਾਂ ਦੋਸ਼ੀ ਕਰਾਰ ਦਾ ਦੇਤਾ ਇਹਨਾਂ ਨੇ। ਇਰਾਦਾ ਗਮਨ ਆ ਨਾ, ਗਲਤੀ ਸਵਾਰੀ ਦੀ। ਸਵਾਰੀ ਨੇ 185 ਦੀ ਬਜਾਏ 1850 ਭਰਤੇ, ਮਹਿਕਮੇ ਨੂੰ ਇਨਕਮ ਹੋਈ, ਉਹ ਗਰੀਬ ਸਨ ਮਾਰਿਆ ਗਿਆ। रुक करते हैं मोगा तो साडे सहयोगी दीपक सिंगला साडे नाल फोन लाइन दे उत्ते जुड़ रहे ने। दीपक, की कुछ तुहाडे कोल जानकारी है, क्योंकि विभाग दे वल्लों जो जानकारी दित्ती जा रही है उत्थों जो साडे सोर्सेज जानकारी दे रहे ने कि नौकरी तो कड्ढिया नहीं गया, सिर्फ जांच दे विच शामिल किया गया है, पर प्रदर्शन मोगा सने वख-वख थावां दे उत्ते खास तौर ते मोगा दे विच हुंदा होया नजर आया। की कुछ कहना है इस समय जिहड़े प्रदर्शनकारी ने उहनां दा? देखो गौरव, ਜਿਹੜੇ ਪ੍ਰਦਰਸ਼ਨਕਾਰੀ ਹਜੇ ਵੀ ਬੈਠੇ ਹੋਏ ਆ ਕਿਉਂਕਿ ਡਿਪੂ ਬੰਦ ਕੀਤਾ ਗਿਆ। ਹਾਲਾਂਕਿ 2 ਘੰਟੇ ਜਿਹੜਾ ਬੱਸ ਸਟੈਂਡ ਬੰਦ ਕੀਤਾ ਗਿਆ ਸੀ ਸਵੇਰ 10 ਤੋਂ 12, ਉਸ ਤੋਂ ਬਾਅਦ ਬੱਸ ਸਟੈਂਡ ਜਿਹੜਾ ਚਲਾ ਦਿੱਤਾ ਗਿਆ ਸੀ। ਲੇਕਿਨ ਜਿਹੜਾ ਡਿਪੂ ਹਜੇ ਵੀ ਬੰਦ ਹੈ, ਹਜੇ ਵੀ ਜਿਹੜੇ ਆ ਕਰਮਚਾਰੀ ਹੈ ਪਨ ਬੱਸ ਦੇ ਜਿਹੜੇ ਆ ਉੱਥੇ ਬੈਠੇ ਹੋਏ ਨੇ ਔਰ ਪੁਲਿਸ ਬਲ ਵੀ ਤੈਨਾਤ ਨੇ। ਔਰ ਜਿਹੜੇ 2 ਡਰਾਈਵਰ ਬੱਸ ਤੇ ਚੜੇ ਹੋਏ ਸੀਗੇ ਪੈਟਰੋਲ ਦੀ ਬੋਤਲ ਲੈ ਕੇ, ਉਹ ਹਜੇ ਵੀ ਉੱਥੇ ਹੀ ਬੈਠੇ ਨੇ ਕਿਉਂਕਿ ਸਮਾਂ ਕਾਫੀ ਹੋ ਗਿਆ, ਹਜੇ ਵੀ ਉੱਥੇ ਹੀ ਬੈਠੇ ਨੇ। ਔਰ ਅਗਲਾ ਕੀ ਰੁਕ ਰਹੇਗਾ, ਕਿਉਂਕਿ ਇਹ ਵੀ ਹੋ ਸਕਦਾ ਕਿ ਸਵੇਰ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀਗਾ ਕਿ ਕੁਝ ਜਥੇਬੰਦੀਆਂ ਵੀ ਸਵੇਰੇ ਹੋਰ ਇਹਨਾਂ ਦੇ ਨਾਲ ਆਉਣਗੀਆਂ, ਉਹ ਸਵੇਰ ਦੇਖਣਾ ਹੋਏਗਾ ਕੀ ਹੋਏਗਾ ਕੀ। ਲੇਕਿਨ ਸਾਫ਼ ਤੌਰ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਕੰਡਕਟਰ ਹੈ ਉਹਦੀ ਰਿਪੋਰਟ ਬਣਾਈ ਗਈ ਹੈ, ਉਹਦੇ ਵਿੱਚ ਲਿਖਿਆ ਗਿਆ ਕਿ ਇਰਾਦਾ ਗਮਨ ਕਰਕੇ ਉਹਨੂੰ ਡਿਊਟੀ ਤੋਂ ਫਾਰਗ ਕੀਤਾ ਗਿਆ, ਨੌਕਰੀ ਤੋਂ ਕੱਢਿਆ ਗਿਆ। ਇਹਨਾਂ ਦਾ ਕਹਿਣਾ ਹੈ, ਇਹ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ। ਲੇਕਿਨ ਹਾਲਾਂਕਿ ਜਦੋਂ ਮੋਗਾ ਦੇ ਵਿੱਚ ਡਿਪਟੀ ਡਾਇਰੈਕਟਰ ਪਹੁੰਚੇ ਸੀ ਪ੍ਰਦੀਪ ਸਿੰਘ ਮਨਾਸ, ਉਹਨਾਂ ਨੇ ਇਹਨਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਸੀ, ਉਹਨਾਂ ਨਾਲ ਵੀ ਗੱਲ ਹੋਈ ਸੀਗੀ। ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਨੌਕਰੀ ਤੋਂ ਕੱਢਿਆ ਨਹੀਂ ਗਿਆ, ਸਿਰਫ ਜਾਂਚ ਦੇ ਵਿੱਚ ਸ਼ਾਮਿਲ ਕੀਤਾ ਗਿਆ। ਉਹ ਜਾਂਚ ਦੇ ਵਿੱਚ ਆਉਣ, ਜਾਂਚ ਦੇ ਵਿੱਚ ਸ਼ਾਮਿਲ ਹੋਣ। ਲੇਕਿਨ ਜਿਹੜੇ ਪ੍ਰਦਰਸ਼ਨਕਾਰੀ ਆ, ਜਿਹੜੇ ਇਹਨਾਂ ਦੇ ਆਗੂ ਨੇ, ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਉਹਨਾਂ ਦੀ ਰਿਪੋਰਟ ਦੇ ਵਿੱਚ, ਜਿਹੜੇ ਡਾਇਰੈਕਟਰ ਸਾਹਿਬ ਨੇ ਰਿਪੋਰਟ ਬਣਾਈ ਹੈ, ਉਹ ਰਿਪੋਰਟ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ ਡਿਊਟੀ ਦੇ ਵਿੱਚੋਂ जी लग रहा है साडा संपर्क टुटिया और साफ कह रहे हैं कि जो तर्क इस समय दिता जा रहा है कि ड्यूटी दे विचों कड्ढिया नहीं गया, जांच दे विच शामिल किया गया। हुण सवाल यही है कि जे पूरा तालमेल की कमी है, जो कम्युनिकेशन गैप इस समय नजर आ रहा है, तो यह किवें खत्म होएगा? खैर वख-वख थावां दे उत्ते धरने प्रदर्शन पन बस दे मुलाजमां ने जरूर कीते ने। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਖਬਰ ਸੁਧੀਰ ਸੂਰੀ ਦੇ ਕਤਲ ਦੇ ਨਾਲ ਜੁੜੀ ਹੋਈ। ਸੁਧੀਰ ਸੂਰੀ ਦਾ ਕਤਲ ਜਿਸ ਸ਼ਖਸ ਨੇ ਕੀਤਾ ਉਸਦਾ ਰਿਮਾਂਡ ਇੱਕ ਵਾਰ ਫਿਰ ਤੋਂ ਵਧਿਆ ਹੈ। ਜੀ ਹਾਂ, ਵੱਡੀ ਖਬਰ ਹੈ, ਦਿਨ ਦੀ ਚੌਥੀ ਵੱਡੀ ਖਬਰ। ਸੁਧੀਰ ਸੂਰੀ ਦੇ ਕਤਲ ਦੇ ਮੁਲਜ਼ਮ ਦਾ ਰਿਮਾਂਡ ਵਧਿਆ ਹੈ ਔਰ 15 ਨਵੰਬਰ ਤੱਕ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਹੈ। ਸੁਧੀਰ ਸੂਰੀ ਦਾ ਕਤਲ ਜਿਸ ਨੇ ਕੀਤਾ ਨਾਮ ਸੀ ਸੰਦੀਪ ਸਿੰਘ ਉਰਫ ਸਨੀ, ਤੇ ਸੰਦੀਪ ਸਨੀ ਤੋਂ ਪੁਲਿਸ 3 ਦਿਨ ਹੋਰ ਪੁੱਛਗਿੱਛ ਕਰੇਗੀ।
ਔਰ ਮੁਲਜ਼ਮ ਸੰਦੀਪ ਨੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਕਤਲ ਕੀਤਾ ਸੀ ਔਰ ਉਸ ਤੋਂ ਬਾਅਦ ਮੌਕੇ ਦੇ ਉੱਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅੰਮ੍ਰਿਤਸਰ ਕੋਰਟ ਨੇ 15 ਨਵੰਬਰ ਤੱਕ ਉਸ ਨੂੰ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ, ਯਾਨੀ ਕਿ ਮੰਗਲਵਾਰ ਤੱਕ ਪੁਲਿਸ ਰਿਮਾਂਡ ਦੇ ਉੱਤੇ ਰਹੇਗਾ ਸੰਦੀਪ ਸਨੀ। ਪੁੱਛਗਿੱਛ ਪੁਲਿਸ ਕਰੇਗੀ ਕਰੀਬ 3 ਦਿਨ ਹੋਰ ਔਰ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਉਸਨੇ ਕਤਲ ਕੀਤਾ ਕਿਉਂ। ਜੋ ਕੋਰਟ ਵੱਲੋਂ ਮੁਲਜ਼ਮ ਦਾ ਜਿਹੜਾ ਹੈ 3 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਮਿਲਿਆ ਹੈਗਾ ਤੇ 3 ਦਿਨ ਬਾਅਦ ਉਹਨੂੰ ਪੇਸ਼ ਕੀਤਾ। ਜੱਜ ਸਾਹਿਬ ਨੇ 15 ਤਰੀਕ ਤੱਕ ਦਾ ਰਿਮਾਂਡ ਅੱਗੇ ਫਰਦਰ ਦਿੱਤਾ। ਪੁਲਿਸ ਨੇ ਇਹੀ ਕਿਹਾ ਕਿ ਵੀ ਸਾਡੀ ਇਨਵੈਸਟੀਗੇਸ਼ਨ ਹਜੇ ਪੈਂਡਿੰਗ ਆ। ਦੇ ਵਾਂਟ ਟੂ ਇਨਕੁਆਇਰ ਫਰਮ ਦਾ ਫੋਨ ਆਲਸੋ ਤੇ ਫੋਨ ਦੀ ਰਿਪੋਰਟ ਪੈਂਡਿੰਗ ਸੀ। ਦੈਟਸ ਵਾਈ ਦਾ 3 ਡੇਜ਼ ਰਿਮਾਂਡ ਹੈਜ਼ ਬੀਨ ਗਿਵਨ। ਜਿਵੇਂ ਉਹਦਾ ਲਾਇਸੈਂਸ ਵੈਪਨ ਸੀਗਾ ਉਹ ਤੇ ਮੋਬਾਈਲ ਫੋਨ ਆਲਰੇਡੀ ਵਿਦ ਦਾ ਪੁਲਿਸ। ਜਿਹੜਾ ਫੋਨ ਸੀਗਾ ਉਹ ਫਰਦਰ ਉਹਨਾਂ ਨੇ ਲੈਬ ਸੈਂਡ ਕੀਤਾ, ਉਹਦੀ ਰਿਪੋਰਟ ਬਾਕੀ ਆ, ਉਹਦੇ ਲਈ ਫਰਦਰ ਰਿਮਾਂਡ ਮਿਲਿਆ। ਤਾਂ ਸੰਦੀਪ ਦਾ ਇੱਕ ਵਾਰ ਫਿਰ ਤੋਂ ਰਿਮਾਂਡ ਮਿਲਿਆ ਪੁਲਿਸ ਨੂੰ ਤੇ ਹੁਣ 15 ਤਰੀਕ ਤੱਕ ਰਿਮਾਂਡ ਦੇ ਉੱਤੇ ਸੰਦੀਪ ਰਹੇਗਾ। ਪੁਲਿਸ ਪੁੱਛਗਿੱਛ ਕਰੇਗੀ ਸੁਧੀਰ ਸੂਰੀ ਕਤਲ ਮਾਮਲੇ ਦੇ ਵਿੱਚ। ਅੱਗੇ ਵਧਦਿਆਂ ਤੇ ਹੁਣ ਖਬਰ ਡੇਰਾ ਪ੍ਰੇਮੀ ਕਤਲकांड ਦੇ ਨਾਲ ਜੁੜੀ ਹੋਈ। ਜੀ ਹਾਂ, ਵੱਡੀ ਖਬਰ ਕੀ ਆ ਉਹ ਤੁਹਾਨੂੰ ਦੱਸਦੇ ਹਾਂ। ਦਿਨ ਦੀ ਤੀਜੀ ਵੱਡੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ। ਜਿਹੜਾ ਵੀਰਵਾਰ ਸਵੇਰੇ ਡੇਰਾ ਪ੍ਰੇਮੀ ਦਾ ਕਤਲ ਕੀਤਾ ਗਿਆ ਸੀ। ਵਾਰਦਾਤ ਤੋਂ ਬਾਅਦ ਗੋਲਡੀ ਬਰਾੜ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਸੀ। ਇਹ ਖੁਲਾਸੇ ਹੋ ਰਹੇ ਨੇ। ਸ਼ੂਟਰ ਗ੍ਰਿਫਤਾਰ ਕੀਤੇ ਗਏ ਨੇ। 3 ਸ਼ੂਟਰਾਂ ਨੇ ਇੱਕ ਹੋਰ ਵੀ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਗੋਲਡੀ ਦੇ ਕਹਿਣ ਦੇ ਉੱਤੇ ਪੰਜਾਬ ਦੇ ਵਿੱਚ ਇਹ ਰੁਕੇ ਰਹੇ ਸੀ। ਕਾਬਲੇ ਗੌਰ ਹੈ ਕਿ ਵੀਰਵਾਰ ਨੂੰ ਜਿਹੜੇ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦਾ ਕੋਟਕਪੂਰਾ ਦੇ ਵਿੱਚ ਸਵੇਰ ਦੇ ਸਮੇਂ ਕਰੀਬ 7:15 ਵਜੇ ਸਵੇਰੇ ਕਤਲ ਕਰ ਦਿੱਤਾ ਗਿਆ ਸੀ ਤੇ ਕਤਲ ਤੋਂ ਇੱਕ ਦਿਨ ਬਾਅਦ ਹੀ ਅਗਲੇ ਹੀ ਦਿਨ ਕਾਬੂ ਕਰ ਲਿਆ ਗਿਆ ਸੀ 3 ਸ਼ੂਟਰਾਂ ਨੂੰ। ਤੇ ਹੁਣ ਖੁਲਾਸੇ ਹੋ ਰਹੇ ਨੇ ਕਿ ਕਤਲ ਤੋਂ ਇੱਕ ਦਿਨ ਪਹਿਲਾਂ ਹੀ ਸ਼ਖਸ ਨੇ ਹਥਿਆਰ ਦਿੱਤੇ। ਬਾਈਕ ਦੇ ਉੱਤੇ ਖਾਲੀ ਹੱਥ ਕੋਟਕਪੂਰਾ ਦੇ ਵਿੱਚ ਸ਼ੂਟਰ ਦਾਖਲ ਹੋਏ ਸੀ, ਯਾਨੀ ਕੋਟਕਪੂਰਾ ਦੇ ਅੰਦਰ ਹੀ ਇਹਨਾਂ ਨੂੰ ਹਥਿਆਰ ਮਿਲੇ ਨੇ। ਇੱਕ ਦਿਨ ਪਹਿਲਾਂ ਹਥਿਆਰ ਮਿਲੇ ਨੇ ਕਿ ਤੁਸੀਂ ਕੱਲ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣਾ ਹੈ। ਵਾਰਦਾਤ ਤੋਂ ਬਾਅਦ ਗੋਲਡੀ ਬਰਾੜ ਦੇ ਨਾਲ ਫੋਨ ਦੇ ਉੱਤੇ ਵੀ ਗੱਲਬਾਤ ਕੀਤੀ ਗਈ ਇਹਨਾਂ ਸ਼ੂਟਰਾਂ ਦੇ ਵੱਲੋਂ। ਗੋਲਡੀ ਬਰਾੜ ਨੇ ਹੀ ਸ਼ੂਟਰਾਂ ਨੂੰ ਪਟਿਆਲਾ ਦੇ ਵਿੱਚ ਠਹਿਰਾਇਆ, ਉੱਥੇ ਰੁਕਣ ਦੇ ਲਈ ਕਿਹਾ। ਸ਼ੂਟਰਾਂ ਨੇ ਇੱਕ ਹੋਰ ਵਾਰਦਾਤ ਨੂੰ ਵੀ ਅੰਜਾਮ ਦੇਣਾ ਸੀ ਤੇ ਗੋਲਡੀ ਦੇ ਕਹਿਣ ਦੇ ਉੱਤੇ ਪੰਜਾਬ ਦੇ ਵਿੱਚ ਇਹ ਰੁਕੇ ਰਹੇ। ਗੋਲਡੀ ਨੇ 2 ਦਿਨ ਪਹਿਲਾਂ ਹੀ ਕਤਲ ਦੇ ਇਹਨਾਂ ਸ਼ੂਟਰਾਂ ਨੂੰ ਆਦੇਸ਼ ਦਿੱਤੇ ਸੀ। 2 ਲੋਕਲ ਸ਼ੂਟਰਾਂ ਨੇ ਪ੍ਰਦੀਪ ਦੀ ਰੇਕੀ ਕੀਤੀ। ਉਸ ਤੋਂ ਬਾਅਦ ਇਨਫੋਰਮੇਸ਼ਨ ਪਹੁੰਚਾਈ ਤੇ ਸ਼ੂਟਰਾਂ ਨੇ ਇੱਕ ਹੋਰ ਵਾਰਦਾਤ ਨੂੰ ਅੰਜਾਮ ਅਜ ਦੇਣਾ ਸੀ। ਉਸ ਤੋਂ ਪਹਿਲਾਂ ਹੀ ਉਹ ਫੜੇ ਗਏ। ਗੋਲਡੀ ਦੇ ਕਹਿਣ ਦੇ ਉੱਤੇ ਹੀ ਪੰਜਾਬ ਦੇ ਵਿੱਚ ਰੁਕੇ ਹੋਏ ਸਨ। ਕਾਬਲੇ ਗੌਰ ਹੈ ਕਿ ਜਿਹੜੇ 6 ਸ਼ੂਟਰ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਦੇ ਵਿੱਚੋਂ 3 ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਟਿਆਲਾ ਤੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਪਟਿਆਲਾ ਦੇ ਦੁਕਟ ਗਾਂਵ ਤੋਂ ਪਿੰਡ ਤੋਂ। ਤਾਂ ਉਸ ਤੋਂ ਬਾਅਦ ਇੱਕ ਸ਼ਖਸ ਹੈ ਜਤਿੰਦਰ ਨਾਮ ਦਾ ਤੇ 2 ਨਾਬਾਲਗ ਨੇ ਉਸ ਦੇ ਵਿੱਚ, ਕਿਉਂਕਿ ਤਸਵੀਰਾਂ CCTV ਦੱਸ ਰਹੀ ਸੀ ਕਿ ਬਹੁਤ ਜਿਹੜੇ ਬੱਚਿਆਂ ਦੀ ਤਰ੍ਹਾਂ ਲੱਗ ਰਹੇ ਨੇ। 18-20 ਸਾਲ ਦੇ ਕਰੀਬ ਉਮਰ ਸੀ ਉਹਨਾਂ ਦੇ ਵਿੱਚੋਂ ਕੁਝ ਤਾਂ ਨਾਬਾਲਗ ਵੀ ਨਿਕਲੇ ਨੇ।